एवरीवन वेलकम टू करियर क्वेस्ट होपफुली ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ ਸੋ ਆਪਾਂ ਅੱਜ ਦੇ ਲੈਕਚਰ ਦੇ ਨਾਲ ਮਾਡਰਨ ਹਿਸਟਰੀ ਦੀ ਸੀਰੀਜ਼ ਨੂੰ ਕੰਟੀਨਿਊ ਕਰਾਂਗੇ ਆਲਰੇਡੀ ਤੁਹਾਨੂੰ ਪਤਾ ਹੈ ਕਿ ਆਪਾਂ ਬਹੁਤ ਸਾਰਾ ਕੰਟੈਂਟ ਮਾਡਰਨ ਹਿਸਟਰੀ ਦਾ ਆਲਰੇਡੀ ਕਵਰ ਕਰ ਚੁੱਕੇ ਹਾਂ ਜਿਵੇਂ ਆਪਾਂ ਸਟਾਰਟ ਕੀਤਾ ਸੀ ਕਿ ਯੂਰਪੀਅਨ ਪਾਵਰ ਇੰਡੀਆ ਦੇ ਵਿੱਚ ਆਉਂਦੀਆਂ ਨੇ ਆਫਟਰ ਦੈਟ ਆਪਾਂ ਰਿਵੋਲਟ ਆਫ 1857 ਦੇ ਕੰਟੈਂਟ ਨੂੰ ਕੀਤਾ ਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਡਿਫਰੈਂਟ ਫੇਸਿਸ ਐਕਸਟ੍ਰੀਮਿਸਟ ਫੇਸ ਮੋਡਰਨ ਫੇਸ ਤੇ ਰੈਵੋਲੂਸ਼ਨਰੀ ਫੇਸ ਨੂੰ ਕਵਰ ਕੀਤਾ ਆਫਟਰ ਦੈਟ ਹੁਣ ਆਪਾਂ ਸਟਾਰਟ ਕੀਤਾ ਸੀ ਕਿ ਜਦੋਂ ਮਹਾਤਮਾ ਗਾਂਧੀ ਜੀ ਇੰਡੀਆ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਕਿਸ ਤਰੀਕੇ ਦਾ ਐਰਾ ਰਹਿੰਦਾ ਹੈ ਇੰਡੀਆ ਦੇ ਵਿੱਚ ਤੇ ਉਹ ਕਿਹੜੇ ਸੱਤਿਆਗ੍ਰਹਿ ਜਾਂ ਮੂਵਮੈਂਟਸ ਕਰਦੇ ਨੇ ਕੱਲ ਦੇ ਲੈਕਚਰ ਦੇ ਵਿੱਚ ਆਪਾਂ ਮਹਾਤਮਾ ਗਾਂਧੀ ਜੀ ਦੇ ਵੱਲੋਂ ਕੀਤੇ ਗਏ ਅਰਲੀ ਮੂਵਮੈਂਟਸ ਜਿਵੇਂ ਆਪਾਂ ਸੱਤਿਆਗ੍ਰਹਿ ਪੜ੍ਹੇ ਸੀ ਚੰਪਾਰਨ ਦਾ ਸੱਤਿਆਗ੍ਰਹਿ ਪੜ੍ਹਿਆ ਸੀ ਖੇੜਾ ਸੱਤਿਆਗ੍ਰਹਿ ਪੜ੍ਹਿਆ ਸੀ ਅਹਿਮਦਾਬਾਦ ਮਿਲ ਸਟ੍ਰਾਈਕ ਬਾਰੇ ਪੜ੍ਹਿਆ ਸੀ ਸੋ ਉਸੇ ਲੈਕਚਰ ਨੂੰ ਅੱਜ ਆਪਾਂ ਕੰਟੀਨਿਊ ਕਰਾਂਗੇ ਕਿ ਮਹਾਤਮਾ ਗਾਂਧੀ ਜੀ ਦਾ ਜੋ ਟਾਈਮ ਪੀਰੀਅਡ ਰਿਹਾ ਉਹ ਇੰਡੀਆ ਦੇ ਵਿੱਚ ਕਿਹੜੀਆਂ ਮੂਵਮੈਂਟਸ ਚੱਲਦੀਆਂ ਰਹੀਆਂ ਸੋ ਕੱਲ ਦੇ ਲੈਕਚਰ ਦੇ ਵਿੱਚ ਆਪਾਂ ਦੇਖਿਆ ਸੀ ਸਟਾਰਟ ਕੀਤਾ ਸੀ ਕਿ ਅਰਲੀ ਮੂਵਮੈਂਟਸ ਜਿਨ੍ਹਾਂ ਨੇ ਗਾਂਧੀ ਜੀ ਨੂੰ ਇੰਡੀਆ ਦੇ ਵਿੱਚ ਪੂਰੀ ਪਪੂਲੈਰਿਟੀ ਗੇਨ ਕਰਵਾਈ ਸੀ ਦੈਟ ਵਾਸ ਚੰਪਾਰਨ ਸੱਤਿਆਗ੍ਰਹਿ ਜੋ 1917 ਦੇ ਵਿੱਚ ਹੋਇਆ ਅਹਿਮਦਾਬਾਦ ਮਿਲ ਸਟ੍ਰਾਈਕ 1918 ਦੇ ਵਿੱਚ ਖੇੜਾ ਸੱਤਿਆਗ੍ਰਹਿ 1918 ਦੇ ਵਿੱਚ ਹੋਇਆ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਇੰਡੀਆ ਦੇ ਵਿੱਚ ਹੋਰ ਕਿਹੜੀਆਂ ਐਕਟੀਵਿਟੀਜ਼ ਹੋ ਰਹੀਆਂ ਸੀ ਆਪਾਂ ਦੇਖਿਆ ਕਿ ਰੌਲਟ ਐਕਟ ਪਾਸ ਕੀਤਾ ਗਿਆ ਸੀ 1919 ਜਿਸ ਦੇ ਵਿੱਚ ਕੀ ਕਿਹਾ ਗਿਆ ਸੀ ਕਿ ਐਮਰਜੈਂਸੀ ਦੀ ਪਾਵਰ ਸੀ ਜੋ 1914 ਤੋਂ ਲੈ ਕੇ 1918 ਦੇ ਵਿੱਚ ਵਿਸ਼ਵ ਯੁੱਧ 1 ਕਰਕੇ ਐਮਰਜੈਂਸੀ ਦੀਆਂ ਪਾਵਰਸ ਲੱਗੀਆਂ ਹੋਈਆਂ ਸੀ ਉਹਨਾਂ ਪਾਵਰਸ ਨੂੰ ਐਕਸਟੈਂਡ ਕਰਤਾ ਸੀ ਰੌਲਟ ਐਕਟ ਦੇ ਸੋ ਉਸ ਰੌਲਟ ਐਕਟ ਬਲੈਕ ਐਕਟ ਨੂੰ ਖਤਮ ਕਰਾਉਣ ਦੇ ਲਈ ਲੋਕਾਂ ਨੇ ਪ੍ਰੋਟੈਸਟ ਕੀਤੇ ਸਨ ਜਿਸ ਦੇ ਵਿੱਚ ਦੋ ਪ੍ਰੋਮੀਨੈਂਟ ਲੀਡਰ ਆਫ ਕਾਂਗਰਸ ਪਾਰਟੀ ਸੈਫੂਦੀਨ ਕਿਚਲੂ ਤੇ ਸਤਿਆਪਾਲ ਡਾਕਟਰ ਸਤਿਆਪਾਲ ਤੇ ਸੈਫੂਦੀਨ ਕਿਚਲੂ ਨੂੰ ਅਰੈਸਟ ਕਰ ਲਿਆ ਗਿਆ ਸੀ ਤੇ ਉਹਨਾਂ ਨੂੰ ਰਿਹਾ ਕਰਵਾਉਣ ਦੇ ਲਈ ਇੱਕ ਪੀਸਫੁਲ ਗੈਦਰਿੰਗ ਕੀਤੀ ਗਈ ਸੀ ਜ਼ਿਲ੍ਹਿਆਂਵਾਲੇ ਬਾਗ ਪੰਜਾਬ ਦੇ ਵਿੱਚ ਜਿੱਥੇ ਜ਼ਿਲ੍ਹਿਆਂਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਸੀ ਸੋ ਉਸ ਤੋਂ ਫਰਦਰ ਕੀ ਹੁੰਦਾ ਹੈ ਉਹ ਦੇਖਾਂਗੇ ਅੱਜ ਦੇਖੋ ਉਸ ਤੋਂ ਬਾਅਦ ਇੱਕ ਖਿਲਾਫਤ ਮੂਵਮੈਂਟ ਵੀ ਉਸੇ ਸਮੇਂ ਦੇ 1919-1920 ਦੇ ਸਮੇਂ ਦੇ ਵਿੱਚ ਦੋ ਮੂਵਮੈਂਟਸ ਹੋਰ ਪੂਰੀ ਪੀਕ ਤੇ ਪਹੁੰਚਦੀਆਂ ਨੇ ਪਹਿਲੀ ਸੀ ਖਿਲਾਫਤ ਮੂਵਮੈਂਟ ਸੋ ਦੇਖੋ ਜਿਵੇਂ ਆਪਾਂ ਦੇਖਿਆ ਕਿ ਰੌਲਟ ਐਕਟ ਪਾਸ ਕੀਤਾ ਹੋਇਆ ਜਿਸ ਦੇ ਕਰਕੇ ਜ਼ਿਲ੍ਹਿਆਂਵਾਲੇ ਹੱਤਿਆਕਾਂਡ ਹੋ ਗਿਆ ਠੀਕ ਹੈ ਜੀ ਸੋ ਇਸ ਜੋ ਜ਼ਿਲ੍ਹਿਆਂਵਾਲਾ ਹੱਤਿਆਕਾਂਡ ਹੋਇਆ ਉਸ ਚੀਜ਼ ਦਾ ਬਦਲਾ ਲੈਣ ਦੇ ਲਈ ਉਸ ਤੋਂ ਇਲਾਵਾ ਇੱਕ ਖਿਲਾਫਤ ਮੂਵਮੈਂਟ ਵੀ ਇੰਡੀਆ ਦੇ ਵਿੱਚ ਸੀ ਜੋ ਧਾਰ ਆਪਣੀ ਫੜ ਚੁੱਕੀ ਸੀ ਹੁਣ ਇਹ ਖਿਲਾਫਤ ਮੂਵਮੈਂਟ ਕੀ ਸੀ ਕਿੱਥੋਂ ਸਟਾਰਟ ਹੋਈ ਐਗਜ਼ਾਮੀਨਰ ਦਾ ਮੋਸਟ ਫੇਵਰੇਟ ਕੁਐਸਚਨ ਸਿਰਫ ਇਹੀ ਹੁੰਦਾ ਹੈ ਕਿ ਖਿਲਾਫਤ ਮੂਵਮੈਂਟ ਕਿਹੜੀ ਕੰਟਰੀ ਦੇ ਨਾਲ ਰਿਲੇਟ ਕਰਦੀ ਹੈ ਅਸੀਂ ਖਿਲਾਫਤ ਮੂਵਮੈਂਟ ਇੰਡੀਆ ਦੇ ਵਿੱਚ ਪੜ੍ਹੀ ਹੈ ਸੋ ਅਸੀਂ ਇੰਡੀਆ ਟਿਕ ਕਰ ਦਿੰਦੇ ਹਾਂ ਬਟ ਜੋ ਖਿਲਾਫਤ ਮੂਵਮੈਂਟ ਸੀ ਉਹ ਟਰਕੀ ਦੇ ਆਟਮਨ ਰੀਜਨ ਨਾਲ ਬਿਲੋਂਗ ਕਰਦੀ ਸੀ ਐਕਚੁਅਲ ਦੇ ਵਿੱਚ ਖਿਲਾਫਤ ਮੂਵਮੈਂਟ ਕੀ ਸੀ ਅਗਰ ਉਹ ਟਰਕੀ ਦੇ ਨਾਲ ਬਿਲੋਂਗ ਕਰਦੀ ਸੀ ਤਾਂ ਉਸ ਦਾ ਇੰਡੀਆ ਦੇ ਵਿੱਚ ਨਾਮ ਕਿਉਂ ਲਿਆ ਜਾਂਦਾ ਹੈ ਇੰਡੀਆ ਦੇ ਵਿੱਚ ਕਿਹੜੀ ਖਿਲਾਫਤ ਮੂਵਮੈਂਟ ਸਟਾਰਟ ਹੋਈ ਸੀ ਸੋ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਮੈਂ ਆਲਰੇਡੀ ਪਿੱਛੇ ਸਭ ਕੁਝ ਲਿਖ ਰੱਖਿਆ ਤੁਸੀਂ ਅਗਰ ਚਾਹੋ ਤਾਂ ਤੁਸੀਂ ਨੋਟਸ ਬਣਾ ਸਕਦੇ ਹੋ ਬਟ ਜਸਟ ਸੁਣਨ ਦੀ ਕੋਸ਼ਿਸ਼ ਕਰੀਏ ਅਗਰ ਤੁਸੀਂ ਸੁਣਦੇ ਹੋ ਤਾਂ ਤੁਹਾਡੇ ਆਲਮੋਸਟ ਸਾਰੇ ਦੇ ਸਾਰੇ ਕਨਸੈਪਟ ਕਲੀਅਰ ਹੋ ਜਾਣਗੇ ਹੁਣ ਖਿਲਾਫਤ ਮੂਵਮੈਂਟ ਹੈ ਕੀ ਸੀ ਇਸ ਦਾ origin ਕਿੱਥੋਂ ਹੋਇਆ ਟਰਕੀ ਦੇ ਵਿੱਚ ਆਟਮਨ ਰੀਜਨ ਦੇ ਵਿੱਚ ਹੋਇਆ ਟਰਕੀ ਦੇ ਵਿੱਚ ਬ੍ਰਿਟਿਸ਼ਰਸ ਨੇ ਆਟਮਨ ਦੇ ਖਲੀਫਾ ਖਲੀਫਾ ਉਹ ਸੀ ਜਿਸ ਨੂੰ ਮੁਸਲਿਮ ਕਮਿਊਨਿਟੀ ਆਪਣਾ ਇੱਕ ਗੁਰੂ ਕਹਿ ਲੋ ਜਾਂ ਆਪਣਾ ਸਭ ਤੋਂ ਵੱਡਾ ਰਾਜਾ ਮਹਾਰਾਜਾ ਮੰਨਦੇ ਸਨ ਖਲੀਫਾ ਨੂੰ ਸੋ ਆਟਮਨ ਦੇ ਰੀਜਨ ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਖਲੀਫਾ ਨੂੰ ਬਹੁਤ ਬੁਰੀ ਤਰੀਕੇ ਦੇ ਨਾਲ ਹਰਾਇਆ ਸੀ ਤੇ ਉਸ ਨੂੰ ਉਸ ਰੀਜਨ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਮੁਸਲਿਮਸ ਨੇ ਇਸ ਚੀਜ਼ ਦੇ ਵਿਰੁੱਧ ਬ੍ਰਿਟਿਸ਼ਰਸ ਦੇ ਅਗੇਂਸਟ ਇੱਕ ਰੋਸ ਪ੍ਰਗਟ ਕੀਤਾ ਸੀ ਸੋ ਜਿਸ ਦਾ ਪ੍ਰਭਾਵ ਇੰਡੀਆ ਦੇ ਵਿੱਚ ਰਹਿੰਦੀ ਮੁਸਲਿਮ ਕਮਿਊਨਿਟੀ ਤੇ ਵੀ ਪਿਆ ਸੀ ਤੇ ਮੁਸਲਿਮ ਕਮਿਊਨਿਟੀ ਇੰਡੀਆ ਦੇ ਵਿੱਚ ਜੋ ਮੁਸਲਿਮ ਕਮਿਊਨਿਟੀ ਸੀ ਉਸਨੇ ਵੀ ਬ੍ਰਿਟਿਸ਼ ਸਰਕਾਰ ਦਾ ਵਿਦਰੋਹ ਕੀਤਾ ਸੀ ਤੇ ਜਿਸ ਕਰਕੇ ਉਹਨਾਂ ਨੇ ਮੂਵਮੈਂਟ ਸਟਾਰਟ ਕੀਤੀ ਸੀ ਖਿਲਾਫਤ ਮੂਵਮੈਂਟ ਸੋ ਇਸ ਦਾ ਜਨਮ ਜੋ ਖਿਲਾਫਤ ਮੂਵਮੈਂਟ ਦਾ ਹੁੰਦਾ ਹੈ ਇਹ ਕਿੱਥੋਂ ਹੁੰਦਾ ਹੈ ਟਰਕੀ ਦੇ ਨਾਲ ਹੀ ਬਿਲੋਂਗ ਕਰਦਾ ਹੈ ਮੁਸਲਿਮ ਕਮਿਊਨਿਟੀ ਦੇ ਨਾਲ ਬਿਲੋਂਗ ਕਰਦਾ ਹੈ ਸੋ ਇੱਕ ਤਰੀਕੇ ਦੀ ਜੋ ਮੁਸਲਿਮ ਕਮਿਊਨਿਟੀ ਸੀ ਉਹ ਬ੍ਰਿਟਿਸ਼ਰਸ ਦੇ ਅਗੇਂਸਟ ਹੋ ਗਈ ਸੀ ਖਿਲਾਫ ਹੋ ਗਈ ਸੀ ਕਿਉਂਕਿ ਉਹਨਾਂ ਦੇ ਜੋ ਖਲੀਫਾ ਸੀ ਇੱਕ ਤਾਂ ਉਸ ਨੂੰ ਉਸ ਦਾ ਜੋ ਅਧਿਕਾਰ ਇੱਕ ਅੱਛੇ ਤਰੀਕੇ ਨਾਲ ਟ੍ਰੀਟ ਨਹੀਂ ਸੀ ਕੀਤਾ ਜਾ ਰਿਹਾ ਬ੍ਰਿਟਿਸ਼ਰਸ ਵੱਲੋਂ ਸੈਕੰਡ ਚੀਜ਼ ਖਲੀਫਾ ਦੀ ਟੈਰੀਟਰੀ ਤੋਂ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ
ਸੋ ਇਹ ਕਾਰਨ ਹੋਇਆ ਜਿਸ ਕਰਕੇ ਜੋ ਮੁਸਲਿਮ ਕਮਿਊਨਿਟੀ ਸੀ ਉਹ ਬ੍ਰਿਟਿਸ਼ਰਸ ਦੇ ਅਗੇਂਸਟ ਹੋ ਗਈ ਸੀ। ਸੋ ਜਿਸ ਕਰਕੇ ਗਾਂਧੀ ਜੀ ਨੇ ਵੀ ਇਸ ਚੀਜ਼ ਨੂੰ ਐਨਾਲਾਈਜ਼ ਕੀਤਾ ਜਾਂ ਫਿਰ ਦੇਖਿਆ ਕਿ ਅਗਰ ਮੁਸਲਿਮ ਕਮਿਊਨਿਟੀ ਬ੍ਰਿਟਿਸ਼ਰਸ ਦੇ ਅਗੇਂਸਟ ਹੈ, ਸਾਨੂੰ ਵੀ ਮੁਸਲਿਮ ਕਮਿਊਨਿਟੀ ਨੂੰ ਸਪੋਰਟ ਕਰਨੀ ਚਾਹੀਦੀ ਹੈ। ਅਗਰ ਅਸੀਂ ਮੁਸਲਿਮ ਕਮਿਊਨਿਟੀ ਨੂੰ ਸਪੋਰਟ ਕਰਾਂਗੇ, ਜੋ ਬ੍ਰਿਟਿਸ਼ਰਸ ਨੇ ਡਿਵਾਈਡ ਐਂਡ ਰੂਲ ਪਾਲਿਸੀ ਸਾਡੇ ਉੱਤੇ ਖੇਡਣ ਦੀ ਕੋਸ਼ਿਸ਼ ਕੀਤੀ ਹੈ ਉਹ ਫੇਲ ਹੋ ਜਾਏਗੀ। ਕਿਉਂ? ਜੋ ਅਗਰ ਅਸੀਂ ਮੁਸਲਿਮ ਕਮਿਊਨਿਟੀ ਦਾ ਅੱਜ ਸਾਥ ਦੇਵਾਂਗੇ, ਉਸਦੀ ਖਿਲਾਫਤ ਮੂਵਮੈਂਟ ਦੇ ਵਿੱਚ ਉਸਦਾ ਸਾਥ ਦੇਵਾਂਗੇ, ਤਾਂ ਇੱਕ ਮੁਸਲਿਮ ਤੇ ਹਿੰਦੂਸ ਦੀ ਯੂਨਿਟੀ ਦੇਖਣ ਨੂੰ ਮਿਲੇਗੀ। ਸੋ ਮੁਸਲਿਮਸ ਤੇ ਹਿੰਦੂ ਦੀ ਯੂਨਿਟੀ ਦਿਖਾਉਣ ਵਾਸਤੇ ਜਾਂ ਉਹਨਾਂ ਨੂੰ ਇਕੱਠੇ ਕਰਨ ਵਾਸਤੇ ਗਾਂਧੀ ਜੀ ਨੇ ਵੀ ਇਸ ਖਿਲਾਫਤ ਮੂਵਮੈਂਟ ਦੇ ਵਿੱਚ ਬ੍ਰਿਟਿਸ਼ ਮੁਸਲਿਮ ਕਮਿਊਨਿਟੀ ਦਾ ਸਾਥ ਦਿੱਤਾ ਸੀ। ਹੁਣ ਆਈ ਥਿੰਕ ਸੋ ਤੁਹਾਡੇ ਪੁਆਇੰਟ ਕਲੀਅਰ ਹੋ ਗਏ ਹੋਣਗੇ ਕਿ ਖਿਲਾਫਤ ਮੂਵਮੈਂਟ ਕੀ ਸੀ, ਕਿੱਥੋਂ ਸਟਾਰਟ ਹੋਈ ਸੀ, ਕਿੰਨਾ ਲੋਕਾਂ ਨੇ ਪਾਰਟਿਸਿਪੇਟ ਕੀਤਾ ਸੀ। ਸੋ ਖਿਲਾਫਤ ਮੂਵਮੈਂਟ ਤੇ ਇੱਕ ਨਾਨ ਕੋਆਪਰੇਸ਼ਨ ਮੂਵਮੈਂਟ, ਦੋਨੋਂ ਮੂਵਮੈਂਟ ਸਾਈਮਲਟੇਨੀਅਸਲੀ ਇਕੱਠੀਆਂ ਹੀ ਸਟਾਰਟ ਹੋਈਆਂ ਸੀ। ਇੱਕ ਖਿਲਾਫਤ ਮੂਵਮੈਂਟ ਤੇ ਸੈਕਿੰਡ ਨਾਨ ਕੋਆਪਰੇਸ਼ਨ ਮੂਵਮੈਂਟ। ਸੋ ਇਹ ਦੋਨੋਂ ਦੀਆਂ ਦੋਨੋਂ ਕੀ ਸੀ? ਇੱਕ ਮਾਸ ਮੂਵਮੈਂਟ ਸੀ। ਮਾਸ ਮੂਵਮੈਂਟ ਮਤਲਬ ਕੀ ਹੁੰਦਾ ਹੈ ਕਿ ਇੰਡੀਆ ਦੇ ਹਰ ਕੋਨੇ ਦੇ ਵਿੱਚੋਂ, ਹਰ ਕਲਾਸ ਦੇ ਵਿੱਚੋਂ, ਹਰ ਕਮਿਊਨਿਟੀ ਦੇ ਮੈਂਬਰ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਇਹਨਾਂ ਦੋਨਾਂ ਮੂਵਮੈਂਟਸ ਦੇ ਵਿੱਚ। ਕਹਿੰਦੇ two mass movements were organized in 1919 ਤੋਂ 1922 to oppose British rule in India are ਖਿਲਾਫਤ ਮੂਵਮੈਂਟ ਤੇ ਨਾਨ ਕੋਆਪਰੇਸ਼ਨ ਮੂਵਮੈਂਟ। ਕਹਿੰਦੇ ਇੰਡੀਆ ਦੇ ਵਿੱਚ 1919 ਦੇ ਵਿੱਚ ਤੋਂ ਲੈ ਕੇ 1922 ਦੇ ਵਿੱਚ ਦੋ ਮਾਸ ਮੂਵਮੈਂਟ ਸਟਾਰਟ ਹੋਈਆਂ ਸੀ ਬ੍ਰਿਟਿਸ਼ਰਸ ਦੇ ਅਗੇਂਸਟ। ਇੱਕ ਸੀ ਖਿਲਾਫਤ ਮੂਵਮੈਂਟ ਤੇ ਸੈਕਿੰਡ ਸੀ ਸਾਡੀ ਨਾਨ ਕੋਆਪਰੇਸ਼ਨ ਮੂਵਮੈਂਟ। ਸੋ ਕਹਿੰਦੇ the movement despite having different issues adopted unified plan of action of non violence and non cooperation। ਕਹਿੰਦੇ ਬੇਸ਼ੱਕ ਇਹ ਦੋਨੋਂ ਦੀਆਂ ਦੋਨੋਂ ਮੂਵਮੈਂਟਸ ਜੋ ਸਟਾਰਟ ਹੋਈਆਂ ਸੀ ਅਲੱਗ-ਅਲੱਗ ਇਸ਼ੂਸ ਨੂੰ, ਅਲੱਗ-ਅਲੱਗ ਮੁੱਦਿਆਂ ਨੂੰ ਲੈ ਕੇ ਸਟਾਰਟ ਹੋਈਆਂ ਸੀ, ਬਟ ਇਸ ਮੂਵਮੈਂਟ ਦੇ ਵਿੱਚ ਬਹੁਤ ਜ਼ਿਆਦਾ ਕੀ ਦੇਖਣ ਨੂੰ ਮਿਲੀ ਸੀ? ਯੂਨਿਟੀ ਦੇਖਣ ਨੂੰ ਮਿਲੀ ਸੀ ਇੰਡੀਅਨਸ ਦੀ। ਸੋ ਇਹ ਜੋ ਮੂਵਮੈਂਟ ਸੀ ਇਹਨਾਂ ਦੇ ਸਟਾਰਟ ਹੋਣ ਦੇ ਕਾਰਨ ਕੀ ਸਨ? ਦੇਖੋ, ਇੱਕ ਤਾਂ ਮੈਂ ਤੁਹਾਨੂੰ ਦੱਸਦਾ ਕਿ ਖਿਲਾਫਤ ਮੂਵਮੈਂਟ ਸਟਾਰਟ ਹੋਈ ਸੀ, ਰੀਜ਼ਨ ਉਹਦੇ ਪਿੱਛੇ ਮੇਨ ਰੀਜ਼ਨ ਕੀ ਸੀ। ਬਟ ਜੋ ਨਾਨ ਕੋਆਪਰੇਸ਼ਨ ਮੂਵਮੈਂਟ ਸਟਾਰਟ ਹੋਈ ਸੀ ਤੇ ਖਿਲਾਫਤ ਮੂਵਮੈਂਟ ਸਟਾਰਟ ਹੋਈ ਸੀ, ਉਸਦੇ ਇੰਡੀਆ ਦੇ ਵਿੱਚ ਕਾਰਨ ਕੀ ਰਹੇ ਨੇ? ਇੱਕ ਤਾਂ ਦੇਖੋ ਉਹਨਾਂ ਨੇ ਰੌਲਟ ਐਕਟ ਪਾਸ ਕੀਤਾ ਸੀ 1919 ਦੇ ਵਿੱਚ। ਕੀ ਸੀ ਰੌਲਟ ਐਕਟ? ਮੈਂ ਆਲਰੇਡੀ ਡਿਸਕਸ ਕਰ ਚੁੱਕੀ ਹਾਂ ਪ੍ਰੀਵੀਅਸ ਵੀਡੀਓ ਦੇ ਵਿੱਚ। ਇਸ ਤੋਂ ਇਲਾਵਾ ਰੌਲਟ ਐਕਟ ਤੋਂ ਇਲਾਵਾ ਜ਼ਿਲ੍ਹਿਆਂਵਾਲਾ ਹੱਤਿਆਕਾਂਡ ਹੋਇਆ ਸੀ, ਜਿਸ ਦੇ ਵਿੱਚ ਬਹੁਤ ਸਾਰੇ ਨਿਰਦੋਸ਼ ਸੀ ਜੋ ਮੌਤ ਦੀ ਘਾਟ ਉਤਾਰ ਦਿੱਤੇ ਗਏ ਸਨ। ਸੋ ਐਸੀਆਂ ਜ਼ਿਲ੍ਹਿਆਂਵਾਲੇ ਬਾਗ ਦੇ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਦੇ ਲਈ ਜਾਂ ਰੌਲਟ ਐਕਟ ਨੂੰ ਖਤਮ ਕਰਨ ਦੇ ਲਈ, ਰਿਪੀਲ ਕਰਨ ਦੇ ਲਈ ਇਹ ਜੋ ਮੂਵਮੈਂਟ ਸੀ ਇਹ ਇਨਡਾਇਰੈਕਟਲੀ ਸਟਾਰਟ ਕੀਤੀਆਂ ਗਈਆਂ ਸੀ। ਇਸ ਤੋਂ ਇਲਾਵਾ ਇੱਕ ਮੌਂਟੇਗਿਓ ਚੈਮਸਫੋਰਡ ਰਿਫਾਰਮਸ ਵੀ ਆਈਆਂ ਸੀ ਜੋ ਗਵਰਨਮੈਂਟ ਆਫ ਇੰਡੀਆ ਐਕਟ 1919 ਕਿਹਾ ਜਾਂਦਾ ਹੈ। ਸੋ ਮੌਂਟੇਗਿਓ ਜੋ ਚੈਮਸਫੋਰਡ ਰਿਫਾਰਮਸ ਆਈਆਂ ਸੀ, ਗਵਰਨਮੈਂਟ ਆਫ ਇੰਡੀਆ ਐਕਟ 1919 ਆਇਆ ਸੀ, ਉਸ ਦੇ ਵਿੱਚ ਵੀ ਕੁਝ ਲਾਅ ਐਸੇ ਬਣਾ ਦਿੱਤੇ ਗਏ ਸੀ ਜੋ ਸਾਡੇ ਬ੍ਰਿਟਿਸ਼ ਇੰਡੀਅਨਸ ਨੂੰ ਸਪਰੈਸ ਕਰ ਰਹੇ ਸਨ। ਸੋ ਇਹਨਾਂ ਮੂਵਮੈਂਟਸ ਦੇ ਸਟਾਰਟ ਹੋਣ ਪਿੱਛੇ ਜੋ ਵੱਡੇ ਕਾਰਨ ਸਨ ਉਹ ਇਹੀ ਸਨ ਕਿ ਇੰਡੀਆ ਦੇ ਵਿੱਚ ਜੋ ਇੱਕ ਤਰੀਕੇ ਦੀਆਂ ਇਲੀਗਲ ਐਕਟੀਵਿਟੀਜ਼ ਹੋ ਰਹੀਆਂ ਸੀ, ਰੌਲਟ ਐਕਟ ਪਾਸ ਕੀਤਾ ਜਾ ਰਿਹਾ ਸੀ, ਜ਼ਿਲ੍ਹਿਆਂਵਾਲਾ ਹੱਤਿਆਕਾਂਡ ਹੋ ਗਿਆ ਸੀ, ਤੇ ਗਵਰਨਮੈਂਟ ਆਫ ਇੰਡੀਆ ਐਕਟ 1919 ਜਿਸ ਦੇ ਵਿੱਚ ਡਾਇਰਾਰਕੀ ਸਿਸਟਮ ਇੰਟਰੋਡਿਊਸ ਕੀਤਾ ਗਿਆ ਸੀ ਸਟੇਟ ਲੈਵਲ ਦੇ ਵਿੱਚ। ਇਸ ਦੇ ਵਿੱਚ ਕੁਝ ਲੀਗਲ ਫੈਕਟ ਸਹੀ ਨਹੀਂ ਸਨ, ਲਾਅ ਕੀ ਸਨ ਜੋ ਇੰਡੀਅਨਸ ਨੂੰ ਕੀ ਕਰ ਰਹੇ ਸਨ? ਸਪਰੈਸ ਕਰ ਰਹੇ ਸਨ, ਜਿਸ ਕਰਕੇ ਇਹ ਮੂਵਮੈਂਟਸ ਕੀ ਕੀਤੀਆਂ ਗਈਆਂ ਸਨ? ਸਟਾਰਟ ਕੀਤੀਆਂ ਗਈਆਂ ਸਨ। ਸੋ ਇੱਥੇ ਐਕਸਪਲੇਨ ਹੋਇਆ ਕਿ ਖਿਲਾਫਤ ਮੂਵਮੈਂਟ ਦਾ ਇਸ਼ੂ ਕੀ ਹੈ। ਆਲਰੇਡੀ ਮੈਂ ਦੱਸ ਚੁੱਕੀ ਹਾਂ ਕਿ ਕੀ ਹੋਇਆ ਸੀ ਤੇ ਖਿਲਾਫਤ ਮੂਵਮੈਂਟ ਕਿਉਂ ਸਟਾਰਟ ਕੀਤੀ ਸੀ, ਟਰਕੀ ਦੇ ਨਾਲ ਕਿਸ ਤਰੀਕੇ ਦੇ ਨਾਲ ਉਹ ਕੀ ਕਰਦੀ ਸੀ, ਰਿਲੇਟ ਕਰਦੀ ਸੀ। ਜੋ ਖਿਲਾਫਤ ਮੂਵਮੈਂਟ ਸੀ ਉਸਨੂੰ ਸਟਾਰਟ ਕਰਨ ਦੇ ਲਈ ਇੱਕ ਕਮੇਟੀ ਵੀ ਬਣਾਈ ਗਈ ਸੀ। ਕਹਿੰਦੇ ਇਨ ਅਰਲੀ 99 ਸੋ ਇੰਡੀਆ ਦੇ ਵਿੱਚ ਜੋ ਖਿਲਾਫਤ ਮੂਵਮੈਂਟ ਸੀ ਉਹ ਕਿਹਨਾਂ ਦੇ ਦੁਆਰਾ ਸਟਾਰਟ ਕੀਤੀ ਗਈ ਸੀ? ਬੇਸ਼ੱਕ ਇਹ ਬਿਲੋਂਗ ਕਰਦੀ ਸੀ ਟਰਕੀ ਨੂੰ। ਕਿਉਂ ਟਰਕੀ ਦੇ ਵਿੱਚ ਐਸਾ ਕੀ ਹੋਇਆ ਸੀ? ਆਲਰੇਡੀ ਮੈਂ ਐਕਸਪਲੇਨ ਕਰ ਚੁੱਕੀ ਹਾਂ ਇਹ ਸਭ ਚੀਜ਼ਾਂ। ਇੰਡੀਆ ਦੇ ਵਿੱਚ ਇਹ ਖਿਲਾਫਤ ਮੂਵਮੈਂਟ ਸਟਾਰਟ ਕਰਨ ਦੇ ਲਈ ਇੱਕ ਕਮੇਟੀ ਬਣੀ ਸੀ ਤੇ ਇੰਡੀਆ ਦੇ ਵਿੱਚ ਇਹ ਮੂਵਮੈਂਟ 1919 ਦੇ ਵਿੱਚ ਸਟਾਰਟ ਹੋਈ ਸੀ। The All India Khilafat Committee was formed under the leadership of Ali brother। ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਜੋ ਇੰਡੀਆ ਦੇ ਵਿੱਚ ਜੋ ਖਿਲਾਫਤ ਮੂਵਮੈਂਟ ਹੈ ਕਿਹਨਾਂ ਦੇ ਦੁਆਰਾ ਸਟਾਰਟ ਕੀਤੀ ਗਈ ਸੀ? ਅਲੀ ਬ੍ਰਦਰਸ ਦੇ ਦੁਆਰਾ ਸਟਾਰਟ ਕੀਤੀ ਗਈ ਸੀ। ਮੁਲਾਨਾ ਅਬਦੁਲ ਕਲਾਮ ਆਜ਼ਾਦ, ਅਜਮਲ ਖਾਨ ਐਂਡ ਹਸਰਤ ਮੋਹਨੀ
to force the British government to change its attitude to Turkey. ਸੋ ਇੱਕ ਆਲ ਇੰਡੀਆ ਖਿਲਾਫਤ ਕਮੇਟੀ ਬਣੀ ਸੀ, ਕਿਸ ਦੇ ਅੰਡਰ, ਕਿਸ ਦੀ ਲੀਡਰਸ਼ਿਪ ਦੇ ਅੰਡਰ ਬਣੀ ਸੀ? ਅਲੀ ਬ੍ਰਦਰਸ। ਅਗਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ ਇੰਡੀਆ ਦੇ ਵਿੱਚ ਖਿਲਾਫਤ ਮੂਵਮੈਂਟ ਕਿਸ ਨੇ ਸਟਾਰਟ ਕੀਤੀ ਸੀ, ਭੁਲੇਖੇ ਨਾਲ ਮਹਾਤਮਾ ਗਾਂਧੀ ਟਿਕ ਨਹੀਂ ਕਰਨਾ, ਇਸ ਦਾ ਆਨਸਰ ਹੋਏਗਾ ਅਲੀ ਬ੍ਰਦਰਸ। ਅਲੀ ਬ੍ਰਦਰਸ ਨੇ ਇੰਡੀਆ ਦੇ ਵਿੱਚ ਖਿਲਾਫਤ ਮੂਵਮੈਂਟ ਸਟਾਰਟ ਕੀਤੀ ਸੀ। ਉਹਨਾਂ ਤੋਂ ਇਲਾਵਾ ਉਹਨਾਂ ਦੇ ਨਾਲ ਮੌਲਾਨਾ ਅਬਦੁਲ ਕਲਾਮ ਆਜ਼ਾਦ, ਅਜਮਲ ਖਾਨ ਤੇ ਹਸਰਤ ਮੋਹਾਨੀ ਸਨ, ਜਿਨ੍ਹਾਂ ਨੇ ਕਿਹਾ ਸੀ ਬ੍ਰਿਟਿਸ਼ਰਸ ਨੂੰ ਇਹ ਕਮੇਟੀ ਬਣਾ ਕੇ ਕਿ ਟਰਕੀ ਦੇ ਵਿੱਚ ਮੁਸਲਿਮਸ ਦੇ ਅਗੇਂਸਟ ਜੋ ਤੁਸੀਂ ਆਪਣਾ ਐਟੀਟਿਊਡ ਰੱਖਿਆ ਹੋਇਆ ਹੈ, ਪਲੀਜ਼ ਉਸ ਐਟੀਟਿਊਡ ਨੂੰ ਤੁਸੀਂ ਕੀ ਕਰੋ, ਚੇਂਜ ਕਰੋ। ਸੋ ਡਿਮਾਂਡਸ ਕੀ ਰੱਖੀਆਂ ਸੀ ਮੁਸਲਿਮਸ ਨੇ ਇਸ ਖਿਲਾਫਤ ਮੂਵਮੈਂਟ ਦੇ ਵਿੱਚ? ਜੋ ਕਮੇਟੀ ਬਣਾਈ ਸੀ ਇਸ ਦੇ ਵਿੱਚ ਉਹਨਾਂ ਦੀਆਂ ਡਿਮਾਂਡ ਕੀ ਸਨ ਕਿ ਆਪਣਾ ਜੋ ਦਾ ਖਿਲਾਫਤ ਕੰਟਰੋਲ ਓਵਰ ਮੁਸਲਿਮ ਸਕੇਅਰਡ ਪਲੇਸਿਸ ਸ਼ੁੱਡ ਬੀ ਰਿਟੇਨਡ, ਐਂਡ ਜੋ ਸਾਡਾ ਖਲੀਫਾ ਹੈ ਉਹਨਾਂ ਨੇ ਇਹ ਕਿਹਾ ਸੀ ਕਿ ਜੋ ਖਲੀਫਾ ਉਸ ਇੱਕ ਤਾਂ ਉਹਦੇ ਨਾਲ ਬਿਹੇਵ ਅੱਛਾ ਕੀਤਾ ਜਾਵੇ ਟਰਕੀ ਦੇ ਵਿੱਚ, ਸੈਕੰਡ ਚੀਜ਼ ਜੋ ਉਹਦੀ ਟੈਰੀਟਰੀ ਹੈ, ਜੋ ਉਹਦੀ ਜਗ੍ਹਾ ਸੀ, ਉਸਨੂੰ ਉਸੇ ਸਨਮਾਨ ਦੇ ਨਾਲ ਦੇ ਕੇ ਉਸਦੇ ਕੋਲ ਹੀ ਰੱਖੀ ਜਾਵੇ, ਉਸਦੀ ਟੈਰੀਟਰੀ ਤੁਸੀਂ ਖੋ ਨਹੀਂ ਸਕਦੇ। ਸੋ ਇਹ ਮੁਸਲਿਮਸ ਦੀ ਕੀ ਸੀ, ਆਪਣੀਆਂ ਡਿਮਾਂਡ ਸਨ। ਉਸ ਤੋਂ ਇਲਾਵਾ ਕਾਂਗਰਸ ਨੇ ਵੀ ਸਟੈਂਡ ਲਿਆ ਸੀ ਇਸ ਚੀਜ਼ ਦੇ ਵਿੱਚ ਮੁਸਲਿਮਸ ਦਾ। ਕਿਉਂ ਲਿਆ ਸੀ? ਆਲਰੇਡੀ ਮੈਂ ਦੱਸ ਚੁੱਕੀ ਹਾਂ ਕਿ ਮਹਾਤਮਾ ਗਾਂਧੀ ਜੀ ਨੇ ਦੇਖਿਆ ਕਿ ਅਗਰ ਅੱਜ ਅਸੀਂ ਮੁਸਲਿਮਸ ਦਾ ਸਾਥ ਦੇਵਾਂਗੇ ਤਾਂ ਇਸ ਚੀਜ਼ ਨਾਲ ਅਸੀਂ ਇੰਡੀਆ ਦੇ ਵਿੱਚ ਹਿੰਦੂ ਤੇ ਮੁਸਲਿਮਸ ਦੀ ਕੀ ਕਰ ਸਕਦੇ ਹਾਂ, ਯੂਨਿਟੀ ਕਰ ਸਕਦੇ ਹਾਂ। So Mahatma Gandhi was in favor of launching satyagraha and non-cooperation against government on the Khilafat issues. The Congress was not united on this form of political action. So Gandhi ji ne Muslims ਨੂੰ ਸਾਥ ਦੇਣ ਦੇ ਲਈ ਇੱਕ ਨਾਨ ਵਾਇਲੈਂਟ ਖਲੀਫਾ ਮੂਵਮੈਂਟ ਦੇ ਵਿੱਚ ਸਾਥ ਦਿੱਤਾ ਤੇ ਨਾਲ ਦੀ ਨਾਲ ਉਹਨਾਂ ਨੇ ਕੀ ਕੀਤਾ ਸੀ, ਨਾਨ ਕੋਆਪਰੇਸ਼ਨ ਮੂਵਮੈਂਟ ਵੀ ਚਲਾਈ ਸੀ। ਇਹ ਇੱਕ ਉਹਨਾਂ ਦੇ ਕੋਲ ਇੱਕ ਅਨੋਖੀ ਓਪਰਚੁਨਿਟੀ ਸੀ ਜਿਸ ਦੇ ਵਿੱਚ ਉਹ ਯੂਨਾਈਟ ਕਰ ਸਕਦੇ ਸਨ ਹਿੰਦੂ ਤੇ ਮੁਸਲਿਮਸ ਨੂੰ। ਸੋ ਇਹ ਇੱਕ ਤਰੀਕੇ ਦੀਆਂ ਮਾਸ ਮੂਵਮੈਂਟਸ ਸਟਾਰਟ ਹੋਈਆਂ ਸੀ। ਸੋ ਉੱਥੋਂ ਹੀ ਕਿਹੜੀ ਮੂਵਮੈਂਟ ਦੇਖਣ ਨੂੰ ਮਿਲੀ ਹੈ, ਨਾਨ ਕੋਆਪਰੇਸ਼ਨ ਦੇਖਣ ਨੂੰ ਮਿਲੀ ਹੈ। ਅਗਰ ਆਪਣੇ ਮਹਾਤਮਾ ਗਾਂਧੀ ਦੀ ਗੱਲ ਕੀਤੀ ਜਾਵੇ, ਮਹਾਤਮਾ ਗਾਂਧੀ ਇੰਡੀਆ ਦੇ ਵਿੱਚ ਆਏ, ਉਹਨਾਂ ਨੇ ਖੇੜਾ ਸਤਿਆਗ੍ਰਹਿ ਕੀਤਾ, ਚੰਪਾਰਨ ਸਤਿਆਗ੍ਰਹਿ ਕੀਤਾ ਤੇ ਇਸ ਤੋਂ ਇਲਾਵਾ ਉਹਨਾਂ ਨੇ ਅਹਿਮਦਾਬਾਦ ਮਿਲ ਸਟ੍ਰਾਈਕ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਸਟਾਰਟ ਕੀਤੀ ਨਾਨ ਕੋਆਪਰੇਸ਼ਨ ਮੂਵਮੈਂਟ। ਆਲਰੇਡੀ ਮੈਂ ਦੱਸ ਚੁੱਕੀ ਹਾਂ ਕਿ ਨਾਨ ਕੋਆਪਰੇਸ਼ਨ ਮੂਵਮੈਂਟ ਜੋ ਸੀ ਉਹ ਸਾਈਮਲਟੇਨੀਅਸਲੀ ਖਿਲਾਫਤ ਮੂਵਮੈਂਟ ਦੇ ਨਾਲ ਹੀ ਸਟਾਰਟ ਕੀਤੀ ਗਈ ਸੀ ਮੁਸਲਿਮਸ ਨੂੰ ਸਪੋਰਟ ਕਰਨ ਦੇ ਲਈ। ਸੋ ਨਾਨ ਕੋਆਪਰੇਸ਼ਨ ਮੂਵਮੈਂਟ ਜੋ ਅਫੀਸ਼ੀਅਲੀ ਸਟਾਰਟ ਹੋਈ ਸੀ ਉਹ ਸਟਾਰਟ ਹੋਈ ਸੀ ਜੀ ਜਨਵਰੀ 1921 ਦੇ ਵਿੱਚ। ਇਸ ਦੀ ਅਨਾਉਂਸਮੈਂਟ ਦਸੰਬਰ 1920 ਦੇ ਵਿੱਚ ਕਰ ਦਿੱਤੀ ਗਈ ਸੀ ਕਿ ਨਾਨ ਕੋਆਪਰੇਸ਼ਨ ਮੂਵਮੈਂਟ ਨੂੰ ਸਟਾਰਟ ਕੀਤਾ ਜਾ ਰਿਹਾ ਹੈ ਗਾਂਧੀ ਜੀ ਦੇ ਦੁਆਰਾ। ਤੇ ਕਿਉਂ ਸਟਾਰਟ ਕੀਤਾ ਜਾ ਰਿਹਾ ਕਿ ਜੋ ਇੱਕ ਰੋਇਲ ਐਕਟ ਪਾਸ ਕੀਤਾ ਹੋਇਆ ਉਸ ਨੂੰ ਰਿਪੀਲ ਕਰਨ ਦੇ ਲਈ, ਸੈਕਿੰਡ ਜੋ ਜ਼ਿਲ੍ਹਿਆਂਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਉਸ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ, ਤੇ ਜੋ ਤੁਸੀਂ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ ਕੁਝ ਲਾਅ ਐਸੇ ਰੱਖੇ ਨੇ ਜੋ ਇੰਡੀਅਨਸ ਨੂੰ ਸਪਰੈਸ ਕਰ ਰਹੇ ਨੇ ਉਹਨਾਂ ਨੂੰ ਹਟਾਉਣ ਦੇ ਲਈ। ਤਾਂ ਉਹਨਾਂ ਨੇ 1920 ਦੇ ਵਿੱਚ ਦਸੰਬਰ ਦੇ ਵਿੱਚ ਇੱਕ ਡਿਕਲੇਰੇਸ਼ਨ ਕੀਤੀ ਸੀ ਕਿ ਨਾਨ ਕੋਆਪਰੇਸ਼ਨ ਮੂਵਮੈਂਟ ਨੂੰ ਸਟਾਰਟ ਕਰਾਂਗੇ, ਤੇ ਜਨਵਰੀ 1921 ਦੇ ਵਿੱਚ ਇਹ ਨਾਨ ਕੋਆਪਰੇਸ਼ਨ ਮੂਵਮੈਂਟ ਸੀ ਜੋ ਸਟਾਰਟ ਕਰ ਦਿੱਤੀ ਗਈ ਸੀ। ਸੋ ਕਹਿੰਦੇ ਬਾਈ ਦ ਰਿਪਰੈਸਿਵ ਮੇਜਰਸ ਆਫ ਜਲਿਆਂਵਾਲਾ ਬਾਗ ਐਂਡ ਦ ਡਿਨਾਈਲ ਆਫ ਜਸਟਿਸ, ਗਾਂਧੀ observed that the only effective means to national honor and the prevent the repetition of the wrongs future in this establishment of Swaraj। ਤਾਂ ਗਾਂਧੀ ਜੀ ਨੇ ਨਾਨ ਕੋਆਪਰੇਸ਼ਨ ਮੂਵਮੈਂਟ ਕਿਉਂ ਸਟਾਰਟ ਕੀਤੀ ਸੀ? ਉਹਨਾਂ ਨੇ ਇਹ ਚੀਜ਼ ਨੂੰ observe ਕੀਤਾ ਕਿ ਜਿਸ ਤਰੀਕੇ ਦੇ ਨਾਲ ਆਪਣਾ ਜ਼ਿਲ੍ਹਿਆਂਵਾਲੇ ਬਾਗ ਦਾ ਹੱਤਿਆਕਾਂਡ ਹੋਇਆ, ਹੋ ਸਕਦਾ ਫਿਊਚਰ ਦੇ ਵਿੱਚ ਇਸ ਤੋਂ ਵੀ ਮਾੜਾ ਕਰਨ। ਸੋ ਇਹਨਾਂ ਇੱਕ ਅਨਿਆਂ ਵਾਲੀਆਂ ਚੀਜ਼ਾਂ ਤੋਂ ਬਚਣ ਦੇ ਲਈ, ਇਹਨਾਂ ਜ਼ੁਲਮਾਂ ਤੋਂ ਬਚਣ ਦੇ ਲਈ ਸਾਨੂੰ ਇੰਡੀਅਨਸ ਨੂੰ ਕੀ ਚਾਹੀਦਾ, ਸਵਰਾਜ ਚਾਹੀਦਾ। ਸੋ ਜਿਸ ਕਰਕੇ consequently non-cooperation campaign was inaugurated by Mahatma Gandhi on 1st August 1919 ਦੇ ਵਿੱਚ ਹੀ ਉਹਨਾਂ ਨੇ ਇੱਕ non cooperation movement ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਸੀ। The movement was initiated in support of ਖਿਲਾਫਤ movement। 1919 ਦੇ ਵਿੱਚ ਇਹ ਜੋ ਇਨੀਸ਼ੀਏਟ ਲਿਆ ਗਿਆ ਸੀ ਇਹ ਖਿਲਾਫਤ ਮੂਵਮੈਂਟ ਨੂੰ ਸਪੋਰਟ ਕਰਨ ਦੇ ਲਈ ਲਿਆ ਗਿਆ ਸੀ। ਕਹਿੰਦੇ ਡਿਊਰਿੰਗ ਦ ਮੂਵਮੈਂਟ ਸਪਰੈਡ ਆਫ ਨਾਨ ਵਾਇਲੈਂਸ ਮੈਸੇਜ, ਬਟ ਗਾਂਧੀ ਜੀ ਨੇ ਇਹ ਚੀਜ਼ ਕਹੀ ਸੀ ਕਿ ਇਹ ਮੂਵਮੈਂਟ ਜਿਹੜੀ ਸਟਾਰਟ ਹੋਏਗੀ ਇਹ ਚੱਲੇਗੀ, ਇਸ ਦੇ ਵਿੱਚ ਸਾਰੀਆਂ ਕਿਸੇ ਵੀ ਤਰੀਕੇ ਦੀ ਕੋਈ ਵਾਇਲੈਂਟ ਐਕਟੀਵਿਟੀ ਨਹੀਂ ਹੋਏਗੀ।
ਨੋਨ ਵਾਇਲੈਂਟ ਐਕਟੀਵਿਟੀਜ਼ ਹੋਣਗੀਆਂ ਇਸ ਮੂਵਮੈਂਟ ਦੇ ਵਿੱਚ। ਇਸ ਤੋਂ ਇਲਾਵਾ ਕਹਿੰਦੇ ਗਾਂਧੀ ਜੀ ਨੇ ਅਲੀ ਬ੍ਰਦਰਸ ਦਾ ਸਾਥ ਦਿੱਤਾ ਸੀ ਕਾਦੇ ਲਈ, ਜੋ ਉਹਨਾਂ ਦੀ ਖਿਲਾਫਤ ਮੂਵਮੈਂਟ ਸਟਾਰਟ ਕੀਤੀ ਹੋਈ ਸੀ। Gandhi along with Ali brothers made extensive tours of preach message of a national unity and non-cooperation with government। ਕਹਿੰਦੇ ਅਲੀ ਬ੍ਰਦਰਸ ਜਿਨ੍ਹਾਂ ਨੇ ਖਿਲਾਫਤ ਮੂਵਮੈਂਟ ਕੀਤੀ ਸੀ ਤੇ ਅਲੀ ਬ੍ਰਦਰਸ ਤੇ ਗਾਂਧੀ ਜੀ ਨੇ ਮਿਲ ਕੇ ਇੰਡੀਆ ਦੇ ਬਹੁਤ ਸਾਰੇ ਟੂਰ ਕੱਢੇ ਤਾਂ ਜੋ ਲੋਕਾਂ ਨੂੰ ਨਾਨ ਕੋਆਪਰੇਸ਼ਨ ਮੂਵਮੈਂਟ ਤੇ ਖਿਲਾਫਤ ਮੂਵਮੈਂਟ ਦੇ ਵਿੱਚ ਸਾਥ ਦੇਣ ਦੇ ਲਈ ਕੀ ਕੀਤਾ ਜਾਵੇ, ਇਨਕਰੇਜ ਕੀਤਾ ਜਾਵੇ ਤੇ ਉਹਨਾਂ ਦੇ ਅੰਦਰ ਨੈਸ਼ਨਲ ਯੂਨਿਟੀ ਰਾਸ਼ਟਰ ਨੂੰ ਇਕੱਠ ਕਰਨ ਦੀ ਇੱਕ ਭਾਵਨਾ ਨੂੰ ਜਗਾਇਆ ਜਾਵੇ। ਸੋ ਇਸ ਤੋਂ ਇਲਾਵਾ ਗਾਂਧੀ ਜੀ ਨੇ ਇਸ ਮੂਵਮੈਂਟ ਦੇ ਵਿੱਚ ਕੀ ਐਕਟੀਵਿਟੀਜ਼ ਦੇਖਣ ਨੂੰ ਮਿਲੀਆਂ ਸੀ ਕਿ ਉਸ ਦੇ ਵਿੱਚ ਬ੍ਰਿਟਿਸ਼ਰਸ ਦੇ ਵੱਲੋਂ ਜਿਹੜੇ ਟਾਈਟਲ ਦਿੱਤੇ ਜਾਂਦੇ ਸਨ ਉਹਨਾਂ ਦਾ ਬਾਈਕਾਟ ਕੀਤਾ ਸੀ, ਉਹਨਾਂ ਦੀਆਂ ਚੀਜ਼ਾਂ ਦਾ ਬਾਈਕਾਟ ਕੀਤਾ ਸੀ। So the program of non-cooperation consisted the surrender of British titles, honors, boycott of British court, legislature, educational institutions as well as boycott of foreign made goods। So ਇਸ ਦੇ ਵਿੱਚ ਐਕਟੀਵਿਟੀਜ਼ ਕੀ ਹੋਈਆਂ ਸੀ, ਉਹੀ ਗਾਂਧੀ ਜੀ ਨੇ ਇੱਕ ਤਰੀਕੇ ਦੀ ਸਵਦੇਸ਼ੀ ਮੂਵਮੈਂਟ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਜੋ ਬ੍ਰਿਟਿਸ਼ਰਸ ਵੱਲੋਂ ਟਾਈਟਲ ਦਿੱਤੇ ਗਏ ਨੇ ਉਹਨਾਂ ਦਾ ਤੇ ਉਹਨਾਂ ਦੀ ਬਣਾਈਆਂ ਚੀਜ਼ਾਂ ਵਰਤਣ ਤੋਂ ਉਹਨਾਂ ਦਾ ਬਾਈਕਾਟ ਕੀਤਾ ਸੀ। ਇਸ ਤੋਂ ਇਲਾਵਾ ਬ੍ਰਿਟਿਸ਼ਰਸ ਵੱਲੋਂ ਬਣਾਏ ਸਕੂਲ, ਐਜੂਕੇਸ਼ਨਲ ਇੰਸਟੀਟਿਊਸ਼ਨਸ ਐਸ ਵੈਲ ਐਸ ਉਹਨਾਂ ਵੱਲੋਂ ਚਲਾਈ ਜਾ ਰਹੀਆਂ ਅਦਾਲਤਾਂ ਦਾ ਵੀ ਕੀ ਕੀਤਾ ਸੀ, ਬਾਈਕਾਟ ਕੀਤਾ ਗਿਆ ਸੀ। So people lit public of foreign cloth, the imports of foreign cloth fell drastically between 1920 to 1922। ਕਹਿੰਦੇ ਜਦੋਂ ਇਹ ਨਾਨ ਕੋਆਪਰੇਸ਼ਨ ਮੂਵਮੈਂਟ ਸਟਾਰਟ ਹੋਈ ਸੀ ਉਸ ਸਮੇਂ ਜੋ ਫੋਰਨ ਦੇ ਵਿੱਚੋਂ ਬਣੀਆਂ ਆ ਰਹੀਆਂ ਚੀਜ਼ਾਂ ਦਾ ਡਰਾਸਟਿਕਲੀ ਕੀ ਹੋਣਾ ਗਿਰਾਵਟ ਹੋਣੀ ਸਟਾਰਟ ਹੋਈ ਸੀ 1920 ਤੋਂ ਲੈ ਕੇ 1922 ਤੱਕ। ਸੋ ਮੇਨਲੀ ਗਾਂਧੀ ਜੀ ਨੇ ਨਾਨ ਕੋਆਪਰੇਸ਼ਨ ਮੂਵਮੈਂਟ ਦੇ ਵਿੱਚ ਸਵਦੇਸ਼ੀ ਨੂੰ ਪ੍ਰਮੋਟ ਕੀਤਾ ਸੀ। ਸਵਦੇਸ਼ੀ ਹੋਪਫੁਲੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਸਵਦੇਸ਼ੀ ਕੀ ਹੈ ਕਿ ਆਪਣੇ ਵਿੱਚ ਆਪਣੇ ਦੇਸ਼ ਵਿੱਚ ਬਣਾਈਆਂ ਚੀਜ਼ਾਂ ਦੀ ਵਰਤੋਂ ਕਰੋ, ਆਪਣੀ ਹੀ ਇੰਡੀਆ ਦੀ ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਯੂਜ਼ ਕਰੋ, ਉਹਨਾਂ ਦੇ ਵੱਲੋਂ ਬਣਾਈਆਂ ਅਦਾਲਤਾਂ ਨੂੰ ਯੂਜ਼ ਕਰੋ, ਇੰਡੀਆ ਦੇ ਵਿੱਚ ਹੀ ਛੋਟੇ ਛੋਟੇ ਉਦਯੋਗ ਲਾ ਕੇ ਆਪਣੀਆਂ ਲੋੜਾਂ ਨੂੰ ਪੂਰਾ ਕਰਨਾ ਸਟਾਰਟ ਕਰੋ। ਇਹ ਸੀ ਸਾਡੀ ਨਾਨ ਕੋਆਪਰੇਸ਼ਨ ਮੂਵਮੈਂਟ। ਸੋ ਇਸ ਦੇ ਵਿੱਚ ਇੰਡੀਅਨਸ ਨੇ ਕਿਹੜੇ ਇੰਡੀਅਨਸ ਨੇ ਕਿਵੇਂ ਪਾਰਟਿਸਿਪੇਟ ਕੀਤਾ ਸੀ। ਸਭ ਤੋਂ ਪਹਿਲਾਂ ਮਿਡਲ ਕਲਾਸ ਲੋਕਾਂ ਦੀ ਗੱਲ ਕਰਦੇ ਆ। ਕਹਿੰਦੇ ਦੇ ਇਨੀਸ਼ੀਅਲੀ ਲੈਡ ਦ ਮੂਵਮੈਂਟ ਬਟ ਲੇਟਰ ਸ਼ੋਡ ਅ lot of reservations about ਗਾਂਧੀ's ਪ੍ਰੋਗਰਾਮ। ਕਹਿੰਦੇ ਮਿਡਲ ਕਲਾਸ ਲੋਕਾਂ ਨੇ ਪਹਿਲਾਂ ਸ਼ੁਰੂ ਚ ਤਾਂ ਇਸ ਮੂਵਮੈਂਟ ਨੂੰ ਪੂਰਾ ਸਪੋਰਟ ਕੀਤਾ ਬਟ ਬਾਅਦ ਦੇ ਵਿੱਚ ਮਿਡ ਦੇ ਵਿੱਚ ਜਾ ਕੇ ਉਹਨਾਂ ਨੇ ਇਸ ਮੂਵਮੈਂਟ ਦਾ ਸਾਥ ਛੱਡਣਾ ਸ਼ੁਰੂ ਕਰਤਾ। ਅਗਰ ਬਿਜ਼ਨਸਮੈਨ ਦੀ ਗੱਲ ਕੀਤੀ ਜਾਵੇ ਕਹਿੰਦੇ ਪਹਿਲਾਂ ਤਾਂ ਬਿਜ਼ਨਸਮੈਨ ਵੀ ਨਾਨ ਕੋਆਪਰੇਸ਼ਨ ਮੂਵਮੈਂਟ ਦੇ ਵਿੱਚ ਉਹਨਾਂ ਨੇ ਵੀ ਆਪਣਾ ਪੂਰਾ ਸਾਥ ਦਿਖਾਇਆ ਸੀ ਬਟ ਉਹਨਾਂ ਨੂੰ ਹੌਲੀ ਆਪਣੇ ਬਿਜ਼ਨਸ ਦੇ ਵਿੱਚ ਕਿਉਂਕਿ ਦੁਕਾਨਾਂ ਬੰਦ ਕਰਕੇ ਕਿੰਨਾ ਕੁ ਟਾਈਮ ਉਹ ਗਾਂਧੀ ਜੀ ਨੂੰ ਸਪੋਰਟ ਕਰਦੇ ਤਾਂ ਉਹਨਾਂ ਨੂੰ ਬਿਜ਼ਨਸ ਦੇ ਵਿੱਚ ਲਾਸ ਹੋਣਾ ਸਟਾਰਟ ਹੋ ਗਿਆ ਸੀ ਜਿਸ ਵਜ੍ਹਾ ਕਰਕੇ ਉਹਨਾਂ ਨੇ ਕੀ ਕੀਤਾ ਸੀ, ਇਸ ਮੂਵਮੈਂਟ ਦਾ ਸਾਥ ਛੱਡਣਾ ਸਟਾਰਟ ਕਰਤਾ ਸੀ। ਅਗਰ ਸਟੂਡੈਂਟਸ ਦੀ ਗੱਲ ਕਰੀਏ, ਸਟੂਡੈਂਟਸ ਜਾਂ ਟੀਚਰਸ ਨੇ ਬ੍ਰਿਟਿਸ਼ਰਸ ਦੇ ਵੱਲੋਂ ਬਣਾਏ ਇੰਸਟੀਟਿਊਸ਼ਨਸ ਦਾ ਕੀ ਕੀਤਾ ਸੀ, ਬਾਈਕਾਟ ਕੀਤਾ ਸੀ। ਅਗਰ ਪੀਸੈਂਟਸ ਦੀ ਗੱਲ ਕੀਤੀ ਜਾਵੇ, ਫਾਰਮਰਸ ਦੀ ਗੱਲ ਕੀਤੀ ਜਾਵੇ, there was a massive participation by the peasants however in further led to the confrontation between lower and upper castes। ਕਹਿੰਦੇ ਇਹਦੇ ਵਿੱਚ ਵੀ ਅਗਰ ਫਾਰਮਰਸ ਦਾ ਕੰਟਰੀਬਿਊਸ਼ਨ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਫਾਰਮਰਸ ਨੇ ਇਸ ਮੂਵਮੈਂਟ ਦੇ ਵਿੱਚ ਕੀਤਾ ਸੀ। ਇਸ ਤੋਂ ਇਲਾਵਾ ਫੀਮੇਲਸ ਨੇ ਵੀ ਬਹੁਤ ਜ਼ਿਆਦਾ ਇਸ ਦੇ ਵਿੱਚ ਸਾਥ ਦਿਖਾਇਆ ਸੀ। ਇਸ ਤੋਂ ਇਲਾਵਾ ਕਹਿੰਦੇ ਵਿਮਨ ਪਾਰਟਿਸਿਪੇਟਡ ਇਨ ਲਾਰਜ ਨੰਬਰ, ਬਹੁਤ ਸਾਰੇ ਕੁਆਂਟਿਟੀ ਦੇ ਵਿੱਚ ਜੋ ਵਿਮਨਸ ਦੀ ਪਾਰਟਿਸਿਪੇਸ਼ਨ ਦੇਖਣ ਨੂੰ ਮਿਲੀ ਸੀ। ਗਿਵ ਅਪ ਪਰਦਾ ਐਂਡ ਆਫਰਡ देयर ornaments for a ਤਿਲਕ ਫੰਡ। ਕਹਿੰਦੇ ਉਹਨਾਂ ਨੇ ਆਪਣਾ ਪਰਦਾ ਜੋ ਉਹਨਾਂ ਦੇ ਘੁੰਡ ਕੱਢਣ ਦੀ ਪ੍ਰਥਾ ਸੀ ਉਹਨੂੰ ਖਤਮ ਕੀਤਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਜਿਹੜੇ ਵੀ ਗਹਿਣੇ ਸਨ ਉਹ ਤਿਲਕ ਫੰਡ ਦੇ ਵਿੱਚ ਜਮ੍ਹਾਂ ਕਰਾਉਣੇ ਸਟਾਰਟ ਕੀਤੇ ਸਨ ਬਿਕਾਜ਼ ਉਦੋਂ ਇੱਕ ਤਿਲਕ ਫੰਡ ਕਲੈਕਟ ਕੀਤਾ ਜਾ ਰਿਹਾ ਸੀ 1 ਕਰੋੜ ਦਾ, ਤਾਂ ਜੋ ਉਹ 1 ਕਰੋੜ ਦੇ ਨਾਲ ਫਰੀडम ਸਟਰਗਲ ਦੇ ਵਿੱਚ ਕੀ ਕੀਤਾ ਜਾਵੇ, ਉਸਨੂੰ ਸਪੋਰਟ ਕੀਤਾ ਜਾਵੇ, ਉਸ ਦੇ ਵਿੱਚ ਖਰਚਿਆ ਜਾਵੇ। They took active part in picketing before shops selling foreign clothes and liquor। The Tilk Swaraj Fund was announced by Mahatma Gandhi after 1 year of the beginning of non-cooperation movement। ਜਦੋਂ ਇਹ ਨਾਨ ਕੋਆਪਰੇਸ਼ਨ ਮੂਵਮੈਂਟ ਚੱਲੇ ਨੂੰ 1 ਸਾਲ ਹੋ ਗਿਆ ਸੀ ਉਸ ਤੋਂ ਬਾਅਦ ਗਾਂਧੀ ਜੀ ਨੇ ਕਿਹਾ ਸੀ ਕਿ ਤਿਲਕ ਫੰਡ ਕਲੈਕਟ ਕੀਤਾ ਜਾਏਗਾ 1 ਕਰੋੜ ਦਾ ਜਿਸ ਨੂੰ ਵਰਤਿਆ ਜਾਵੇਗਾ ਫਰੀडम ਸਟਰਗਲ ਦੀਆਂ ਐਕਟੀਵਿਟੀਜ਼ ਦੇ ਵਿੱਚ। ਇਸ ਤੋਂ ਇਲਾਵਾ ਕਹਿੰਦੇ
ਗਵਰਨਮੈਂਟ ਦਾ ਕੀ ਰਿਸਪੌਂਸ ਦੇਖਣ ਨੂੰ ਮਿਲਿਆ ਸੀ। ਕਹਿੰਦਾ ਪੁਲਿਸ restored firing which took lives a number of people. Congress and Khilafat volunteer organization was declared unlawful and illegal. ਗਵਰਨਮੈਂਟ ਨੇ ਬਿਲਕੁਲ ਵੀ ਸਪੋਰਟ ਨਹੀਂ ਸੀ ਕੀਤਾ, ਇੰਡੀਆ ਦੀ ਗਵਰਨਮੈਂਟ ਨੇ ਇਹਨਾਂ ਦੋ ਮੂਵਮੈਂਟਸ ਨੂੰ ਬਿਲਕੁਲ ਵੀ ਸਪੋਰਟ ਨਹੀਂ ਸੀ ਕੀਤਾ। ਜਿਹੜੇ ਵੀ ਲੋਕ ਨੌਨ ਕੋਆਪਰੇਸ਼ਨ ਮੂਵਮੈਂਟ ਜਾਂ ਖਿਲਾਫਤ ਮੂਵਮੈਂਟ ਦੇ ਵਿੱਚ ਐਕਟੀਵਿਟੀਜ਼ ਕਰ ਰਹੇ ਸੀ, ਉਹ ਸਭ ਐਕਟੀਵਿਟੀਜ਼ ਨੂੰ ਇਲੀਗਲ ਡਿਕਲੇਅਰ ਕੀਤਾ ਗਿਆ ਸੀ ਤੇ ਪਬਲਿਕ ਮੀਟਿੰਗਸ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਸੀ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਪਬਲਿਕ ਮੀਟਿੰਗ ਨਹੀਂ ਕੀਤੀ ਜਾਏਗੀ। ਸੋ ਹੁਣ ਅਗਰ ਦੇਖਿਆ ਜਾਵੇ ਕਿਹੜੇ ਕਿਹੜੇ ਪ੍ਰੋਮੀਨੈਂਟ ਲੀਡਰ ਸਨ ਜਿਨ੍ਹਾਂ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਨੌਨ ਕੋਆਪਰੇਸ਼ਨ ਮੂਵਮੈਂਟ ਦੇ ਵਿੱਚ। ਵੱਲਭ ਭਾਈ ਪਟੇਲ ਹੋ ਗਏ, ਸੁਭਾਸ਼ ਚੰਦਰ ਬੋਸ ਹੋ ਗਏ, ਜਵਾਹਰ ਲਾਲ ਨਹਿਰੂ ਹੋ ਗਏ, CR ਗੋਪਾਲਨਚਾਰੀ। ਸੋ ਇੰਨੇ ਪ੍ਰੋਮੀਨੈਂਟ ਲੀਡਰਸ ਨੇ ਵੀ ਇਸ ਦੇ ਵਿੱਚ ਕੀ ਕੀਤਾ ਸੀ, ਮੂਵਮੈਂਟ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ। ਇਸ ਤੋਂ ਇਲਾਵਾ ਮੋਤੀ ਲਾਲ ਨਹਿਰੂ ਤੇ CR ਦਾਸ ਜੀ ਨੇ ਵੀ ਇਸ ਮੂਵਮੈਂਟ ਨੂੰ ਕੀ ਕਰ ਲਿਆ ਸੀ, ਜੁਆਇਨ ਕੀਤਾ ਸੀ ਨੌਨ ਕੋਆਪਰੇਸ਼ਨ ਮੂਵਮੈਂਟ ਨੂੰ। ਬਟ ਐਟ ਦਾ ਐਂਡ ਹੁੰਦਾ ਕੀ ਹੈ ਕਿ ਦੇਖੋ ਪਹਿਲਾਂ ਹੀ ਜਦੋਂ ਇਹ ਮੂਵਮੈਂਟ ਸਟਾਰਟ ਕੀਤੀ ਗਈ ਸੀ ਉਸੇ ਟਾਈਮ ਗਾਂਧੀ ਜੀ ਨੇ ਇੱਕ ਗੱਲ ਕਹੀ ਸੀ ਕਿ ਇਸ ਮੂਵਮੈਂਟ ਦੇ ਵਿੱਚ ਕਿਸੇ ਤਰੀਕੇ ਦੀ ਵੀ ਕੋਈ ਨੌਨ ਵਾਇਲੈਂਟ ਐਕਟੀਵਿਟੀ ਨਹੀਂ ਕੀਤੀ ਜਾਏਗੀ, ਅਹਿੰਸਕ ਕੋਈ ਵੀ ਐਕਟੀਵਿਟੀ ਨਹੀਂ ਕੀਤੀ ਜਾਏਗੀ। ਤਾਂ ਬਟ ਹੁੰਦਾ ਕੀ ਹੈ ਕਿ ਇਹ ਦੇਖੋ ਇਹ ਜਨਵਰੀ 1921 ਦੇ ਵਿੱਚ ਇਹ ਮੂਵਮੈਂਟ ਸਟਾਰਟ ਹੋਈ ਸੀ, ਬਟ ਫੈਬ 4 ਔਰ 5 ਫੈਬ 1922 ਦੇ ਵਿੱਚ ਇੱਕ ਚੌਰੀ ਚੌਰਾ ਜੋ ਯੂਪੀ ਦੇ ਵਿੱਚ ਇੱਕ ਰੀਜ਼ਨ ਸੀ, ਉੱਥੇ ਇੱਕ ਘਟਨਾ ਵਾਪਰਦੀ ਹੈ। ਉੱਥੇ 20 ਫਾਰਮਰਸ ਦੇ ਵੱਲੋਂ 22 ਪੁਲਿਸ ਵਾਲਿਆਂ ਨੂੰ ਜਿੰਦਾ ਜਲਾ ਦਿੱਤਾ ਜਾਂਦਾ ਹੈ, ਠੀਕ ਹੈ, ਜੋ ਕਿਸ ਨਾਮ ਨਾਲ ਫੇਮਸ ਹੈ, ਘਟਨਾ ਚੌਰੀ ਚੌਰਾ ਦੀ ਘਟਨਾ ਦੇ ਨਾਲ ਫੇਮਸ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਫਾਰਮਰਸ ਨੇ 22 ਪੁਲਿਸ ਵਾਲਿਆਂ ਨੂੰ ਜਿੰਦਾ ਜਲਾ ਦਿੱਤਾ ਗਿਆ ਸੀ। ਸੋ ਇਸ ਘਟਨਾ ਨੇ ਗਾਂਧੀ ਜੀ ਨੂੰ ਅੰਦਰ ਤੱਕ ਝੰਜੋੜਤਾ ਸੀ ਕਿ ਮੈਂ ਕਿਹਾ ਸੀ ਕਿ ਕਿਸੇ ਤਰੀਕੇ ਦੀ ਨੌਨ ਵਾਇਲੈਂਟ ਐਕਟੀਵਿਟੀ ਨਹੀਂ ਹੋਏਗੀ, ਜਿਸ ਕਰਕੇ ਗਾਂਧੀ ਜੀ ਨੇ 11 ਫੈਬ ਦੇ ਵਿੱਚ ਇਹ ਡਿਕਲੇਅਰ ਕਰਤਾ ਸੀ ਕਿ ਇਸ ਮੂਵਮੈਂਟ ਨੂੰ ਮੈਂ ਵਿਡਰਾ ਕਰਦਾ, ਵਾਪਿਸ ਕਰਦਾ, ਮੈਂ ਇਸ ਮੂਵਮੈਂਟ ਨੂੰ ਅੱਗੇ ਨਹੀਂ ਰਨ ਕਰ ਸਕਦਾ ਬਿਕਾਜ਼ ਇਹਦੇ ਵਿੱਚ ਨੌਨ ਵਾਇਲੈਂਟ ਐਕਟੀਵਿਟੀਜ਼ ਹੋ ਰਹੀਆਂ ਨੇ। ਬਹੁਤ ਸਾਰੇ ਲੀਡਰਸ ਨੇ ਜਿਵੇਂ ਮੋਤੀ ਲਾਲ ਨਹਿਰੂ ਤੇ ਚਿਤਰੰਜਨ ਦਾਸ, CR ਦਾਸ ਤੇ ਮੋਤੀ ਲਾਲ ਨਹਿਰੂ ਨੇ ਗਾਂਧੀ ਜੀ ਨੂੰ ਕਿਹਾ ਸੀ ਕਿ ਬਹੁਤ ਅੱਛੇ ਤਰੀਕੇ ਦੇ ਨਾਲ ਇਹ ਮੂਵਮੈਂਟ ਚੱਲ ਰਹੀ ਹੈ, ਬਹੁਤ ਸਾਰੇ ਹਰ ਵਰਗ ਦੇ ਲੋਕਾਂ ਨੇ ਇਸ ਦੇ ਵਿੱਚ ਪਾਰਟਿਸਿਪੇਟ ਕਰਨਾ ਸਟਾਰਟ ਕੀਤਾ, ਸੋ ਦੈਟਸ ਵਾਈ ਤੁਸੀਂ ਇਸ ਮੂਵਮੈਂਟ ਨੂੰ ਵਾਪਿਸ ਨਾ ਲਓ। ਬਟ ਗਾਂਧੀ ਜੀ ਨੇ ਇਸ ਮੂਵਮੈਂਟ ਨੂੰ ਵਾਪਿਸ ਲਾ ਲਿਆ ਸੀ, ਜਿਸ ਕਰਕੇ ਮੋਤੀ ਲਾਲ ਨਹਿਰੂ ਤੇ CR ਦਾਸ ਜੀ ਨੇ 1923 ਦੇ ਵਿੱਚ ਇੱਕ ਸਵਰਾਜ ਪਾਰਟੀ ਸਟਾਰਟ ਕੀਤੀ ਸੀ, ਠੀਕ ਹੈ, ਸਵਰਾਜਿਸਟ ਪਾਰਟੀ ਸਟਾਰਟ ਕੀਤੀ ਗਈ ਸੀ ਕਿਸ ਦੇ ਦੁਆਰਾ, ਮੋਤੀ ਲਾਲ ਨਹਿਰੂ ਤੇ CR ਦਾਸ ਜੀ ਦੇ ਦੁਆਰਾ, ਜਿਹੜੇ ਪ੍ਰੋ ਚੇਂਜਰ ਸਨ, ਜਿਹੜੇ ਕਹਿੰਦੇ ਸਨ ਕਿ ਇਸ ਨੌਨ ਕੋਆਪਰੇਸ਼ਨ ਮੂਵਮੈਂਟ ਨੂੰ ਕੀ ਨਾ ਕੀਤਾ ਜਾਵੇ, ਖਤਮ ਨਾ ਕੀਤਾ ਜਾਵੇ। ਸੋ ਇਸ ਮੂਵਮੈਂਟ ਦੇ ਫੇਲ ਹੋਣ ਦੇ ਕਾਰਨ ਕਿਹੜੇ-ਕਿਹੜੇ ਨੇ, ਦੇਖੋ ਇੱਕ ਤਾਂ ਜਿਹੜੀ ਇੰਡੀਆ ਦੀ ਗਵਰਨਮੈਂਟ ਸੀ ਉਹਨੇ ਬਿਲਕੁਲ ਵੀ ਸਪੋਰਟ ਨਹੀਂ ਸੀ ਕੀਤਾ ਇਸ ਮੂਵਮੈਂਟ ਨੂੰ। ਇਸ ਤੋਂ ਇਲਾਵਾ ਖਿਲਾਫਤ ਇਸ਼ੂ ਵੀ, ਜਿਹੜਾ ਖਿਲਾਫਤ ਪਹਿਲਾਂ ਤਾਂ ਪੂਰੀ ਖਿਲਾਫਤ ਜਿਹੜੀ ਮੂਵਮੈਂਟ ਸੀ ਪੂਰੇ ਚੰਗੇ ਤਰੀਕੇ ਨਾਲ ਚੱਲੀ, ਬਾਅਦ ਦੇ ਵਿੱਚ ਇਸਨੇ ਠੰਡਾ ਪੈਣਾ ਸਟਾਰਟ ਕਰ ਦਿੱਤਾ ਸੀ। ਇਸ ਤੋਂ ਇਲਾਵਾ ਲੋਕਾਂ ਦਾ ਪੂਰਾ ਐਕਟਿਵ ਰਿਸਪੌਂਸ ਨਹੀਂ ਸੀ ਦੇਖਣ ਨੂੰ ਮਿਲਿਆ ਕਲਕੱਤਾ, ਬੰਬੇ ਤੇ ਮਦਰਾਸ ਦੇ ਵਿੱਚ। ਸੋ ਇਹੀ ਕਾਰਨ ਨੇ ਨੋ ਐਬਸਟੈਂਸੈਂਸ ਫਰੋਮ ਵਾਇਲੈਂਸ। ਸੋ ਇਹੀ ਕਾਰਨ ਨੇ ਥੋੜੇ ਮੋਟੇ ਜਿਨ੍ਹਾਂ ਕਰਕੇ ਇਹਨਾਂ ਮੂਵਮੈਂਟ ਨੇ ਕੀ ਹੋ ਗਿਆ ਸੀ, ਖਤਮ ਹੋ ਗਿਆ ਸੀ। ਕਾਰਨ ਕੀ ਸੀ ਇਨ ਮੂਵਮੈਂਟ ਦੇ ਖਤਮ ਹੋਣ ਦੇ, ਮੈਂ ਆਲਰੇਡੀ ਦੱਸ ਚੁੱਕੀ ਹਾਂ, ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ, ਚੌਰੀ ਚੌਰਾ ਵਾਲਾ ਕੇਸ। ਸੋ ਮੋਤੀ ਲਾਲ ਨਹਿਰੂ ਤੇ CR ਦਾਸ ਜੀ ਨੇ ਰੋਕਿਆ ਸੀ ਮਹਾਤਮਾ ਗਾਂਧੀ ਜੀ ਨੂੰ ਇੱਕ ਮੂਵਮੈਂਟ ਨੂੰ ਵਿਡਰਾ ਕਰਨ ਤੋਂ, ਜਿਸ ਕਰਕੇ ਉਹਨਾਂ ਨੇ 1923 ਜਨਵਰੀ ਦੇ ਵਿੱਚ ਨਵੀਂ ਪਾਰਟੀ ਬਣਾਈ ਸੀ, ਸਵਰਾਜਿਸਟ ਪਾਰਟੀ। ਬਟ ਇਹ ਪਾਰਟੀ ਕਾਂਗਰਸ ਦੇ ਵਿੱਚ ਰਹਿ ਕੇ ਹੀ ਆਪਣਾ ਕੰਮ ਕਰੇਗੀ, ਕੰਮ ਪੂਰਾ ਮਿਲ ਕੇ ਕਰਨਗੇ ਬਟ ਆਪਣੀ ਸੋਚ ਅਲੱਗ-ਅਲੱਗ ਨਾਲ ਕਰਨਗੇ। ਸੋ ਇਸ ਦੇਖਿਆ ਜਾਵੇ ਤਾਂ ਇਸ ਨੌਨ ਕੋਆਪਰੇਸ਼ਨ ਮੂਵਮੈਂਟ ਦੇ ਇੰਪੈਕਟ ਕੀ ਪਏ ਨੇ ਉਹ ਦੇਖ ਲੈਂਦੇ ਆ ਮੋਟੇ-ਮੋਟੇ। ਮੈਕਸਿਮਮ ਐਕਸਟੈਂਟ ਆਫ ਮੂਵਮੈਂਟ, ਕਹਿੰਦੇ ਇਹ ਮੂਵਮੈਂਟ ਸੀ ਇੱਕ ਮਾਸ ਮੂਵਮੈਂਟ ਬਣ ਕੇ ਅੱਗੇ ਆਈ ਸੀ, ਜਿਹਦੇ ਵਿੱਚ ਇੰਡੀਆ ਦੇ ਹਰ ਵਰਗ ਨੇ ਪਾਰਟਿਸਿਪੇਟ ਕੀਤਾ ਸੀ ਤੇ ਮੂਵਮੈਂਟ ਬਹੁਤ ਜ਼ਿਆਦਾ ਐਕਸਟੈਂਡ ਹੋਈ ਸੀ। ਇਸ ਤੋਂ ਇਲਾਵਾ ਇਸ ਦੇ ਨਾਲ ਹੀ ਸਵਰਾਜ ਤੇ ਸਵਦੇਸ਼ੀ ਇੰਸਟੀਟਿਊਸ਼ਨ ਦੀ ਸਟੈਬਲਿਸ਼ਮੈਂਟ ਹੋਈ ਸੀ। ਇੱਕ ਤਰੀਕੇ ਦੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਚੀਜ਼ ਘਰ ਕਰ ਗਈ ਸੀ ਕਿ ਸਾਨੂੰ ਸਵਰਾਜ ਚਾਹੀਦਾ, ਸਾਨੂੰ ਇੰਡੀਪੈਂਡੈਂਸ ਚਾਹੀਦੀ ਹੈ। ਤੇ ਇਸ ਤੋਂ ਇਲਾਵਾ ਸਾਨੂੰ ਸਵਦੇਸ਼ੀ, ਜੋ ਇਹਨਾਂ ਨੇ ਸਵਦੇਸ਼ੀ ਮੂਵਮੈਂਟ ਦੀ ਇੱਕ ਤਰੀਕੇ ਦੀ ਸਟਾਰਟਿੰਗ ਕੀਤੀ ਸੀ ਕਿ ਅਸੀਂ ਬ੍ਰਿਟਿਸ਼ਰਸ ਵੱਲੋਂ ਬਣਾਈਆਂ ਚੀਜ਼ਾਂ ਦੀ ਯੂਜ਼ੇਜ ਵਰਤੋਂ ਨਹੀਂ ਕਰਾਂਗੇ, ਤਾਂ ਜੋ ਅਸੀਂ ਆਪਣੇ
ਇੰਡੀਆ ਦੇ ਵਿੱਚ ਲੱਗੇ ਛੋਟੇ-ਛੋਟੇ ਲਘੂ ਉਦਯੋਗਾਂ ਨੂੰ बढ़ावा दे ਸਕੀਏ। ਸੋ ਸਵਦੇਸ਼ੀ ਸਵਰਾਜ ਵਰਗੇ ਸ਼ਬਦਾਂ ਦੀ ਉਤਪਨਾ ਹੋਈ ਸੀ। ਇਸ ਤੋਂ ਇਲਾਵਾ ਯੂਨਿਟੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੀ ਸੀ, ਇਕੱਠਤਾ ਦੇਖਣ ਨੂੰ ਮਿਲੀ ਸੀ, ਇਕਜੁੱਟਤਾ ਦੇਖਣ ਨੂੰ ਮਿਲੀ ਸੀ ਇੰਡੀਆ ਦੇ ਵਿੱਚ ਇਹਨਾਂ ਮੂਵਮੈਂਟਸ ਕਰਕੇ। ਤੇ ਇਸ ਤੋਂ ਇਲਾਵਾ ਇੰਪੈਕਟ ਔਨ ਦ ਇਕਨੋਮਿਕ ਫਰੰਟ ਦੇ ਉੱਤੇ ਵੀ ਥੋੜ੍ਹਾ ਇੰਪੈਕਟ ਪਿਆ ਸੀ, ਜਿਵੇਂ ਤਿਲਕ ਫੰਡ ਸਟਾਰਟ ਕੀਤਾ ਸੀ। ਤੇ ਇਸ ਤੋਂ ਇਲਾਵਾ ਜਦੋਂ ਇੰਡੀਆ ਦੇ ਵਿੱਚ ਆਪਾਂ ਇੰਪੋਰਟ ਕਰਨਾ ਛੱਡਤਾ ਸੀ ਫੋਰਨ ਗੁੱਡਸ ਦਾ, ਤਾਂ ਉਸ ਤੋਂ ਬਾਅਦ ਫੋਰਨ ਇੰਡੀਆ ਦੇ ਵਿੱਚ ਰਹਿੰਦੇ ਛੋਟੇ-ਛੋਟੇ ਹੈਂਡੀਕ੍ਰਾਫਟ ਦਾ ਕੰਮ ਚੱਲਣਾ ਸਟਾਰਟ ਹੋਇਆ ਸੀ ਤੇ ਇੰਡੀਆ ਦਾ ਪੈਸਾ ਇੰਡੀਆ ਦੇ ਵਿੱਚ ਹੀ ਰਹਿਣਾ ਸਟਾਰਟ ਹੋ ਗਿਆ ਸੀ। ਸੋ ਇਹ ਸੀ ਨੌਨ ਕੋਆਪਰੇਸ਼ਨ ਤੇ ਖਿਲਾਫਤ ਮੂਵਮੈਂਟ। ਹੋਪਫੁਲੀ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆਈਆਂ ਹੋਣਗੀਆਂ। ਇਹ ਦੋਨਾਂ ਮੂਵਮੈਂਟਸ ਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਐਗਜ਼ਾਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੇ ਨੇ। ਥੈਂਕ ਯੂ ਸੋ ਮਚ, ਮਿਲਦੇ ਹਾਂ ਨੈਕਸਟ ਲੈਕਚਰ ਦੇ